ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਮਹਾਂਪੁਰਖਾਂ ਦੇ ਨਿਰਮੋਲਕ ਵਿਚਾਰ ਅਸਲ ਦੇ ਵਿੱਚ ਇਹ ਸੁੱਚੇ ਮੋਤੀ ਹੁੰਦੇ ਆ, ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਤਜਰਬੇ ਅਭਿਆਸ ਦੇ ਦੁਆਰਾ ਜੋ ਤੱਤ ਕੱਢੇ ਆ, ਉਹਨਾਂ ਤੱਤਾਂ ਨੂੰ, ਉਹਨਾਂ ਸਖਿਆਵਾਂ ਨੂੰ ਸੰਸਾਰ ਦੇ ਸਾਹਮਣੇ ਰੱਖਿਆ ਹੈ, ਤਾਂ ਜੋ ਕੋਈ ਵੀ ਜਿਹੜਾ ਨਾਮ ਅਭਿਆਸੀ ਹੈਗਾ ਇਸ ਤੱਤਾਂ ਨੂੰ ਪਛਾਣ ਕੇ, ਇਸ ਤੱਤਾਂ ਦੇ ਉੱਤੇ ਪਹਿਰਾ ਦੇ ਕੇ, ਇਹਨਾਂ ਸ਼ਬਦਾਂ ਦਾ ਗਿਆਤਾ ਹੋ ਕੇ ਆਪਣੇ ਜੀਵਨ ਦੀ ਜਿਹੜੀ ਮੰਜ਼ਿਲ ਹੈਗੀ ਆ ਉਸ ਨੂੰ ਸਹਿਜ ਦੇ ਵਿੱਚ ਪਾ ਸਕੇ ਅਤੇ ਆਪਣੇ ਜੀਵਨ ਦਾ ਜੋ ਮਕਸਦ ਹੈਗਾ, ਜੋ ਮੰਜ਼ਿਲ ਹੈਗੀ ਆ ਉਸ ਨੂੰ ਸਹਿਜ ਦੇ ਵਿੱਚ ਪ੍ਰਾਪਤ ਕਰ ਸਕੇ। ਕਿਉਂਕਿ ਦੇਖੋ, ਮਹਾਂਪੁਰਖਾਂ ਨੇ ਆਪਣੇ ਜੀਵਨ ਦੀਆਂ ਅਨੇਕ ਸਾਲਾਂ ਦੇ ਜਿਹੜੇ ਤਜਰਬੇ ਆ ਉਹ ਇੱਕ ਇੱਕ ਅੱਖਰ ਦੇ ਵਿੱਚ ਇਸ ਤਰ੍ਹਾਂ ਪਰੋਤੇ ਆ ਜਿਵੇਂ ਕੁੱਜੇ ਦੇ ਵਿੱਚ ਸਮੁੰਦਰ ਰੱਖ ਦੇਣਾ ਹੈ। ਲੇਕਿਨ ਕਿਉਂਕਿ ਉਹ ਬਿਰਲੇ ਗੁਰਮੁਖ ਹੁੰਦੇ ਆ ਜਿਹਨਾਂ ਇਹਨਾਂ ਨਿਰਮੋਲਕ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖਦੇ ਆ ਅਤੇ ਆਪਣੇ ਨਾਲ ਦੇ ਜਿਹੜੇ ਗੁਰਮੁਖ ਪ੍ਰੇਮੀ ਆ ਅਤੇ ਆਪਣੇ ਬੱਚਿਆਂ ਦਾ ਜੀਵਨ ਹੈ ਉਹਨਾਂ ਦੇ ਵਿੱਚ ਵੰਡ ਕੇ ਉਹਨਾਂ ਦੇ ਜੀਵਨ ਨੂੰ ਲੋਕ ਅਤੇ ਪਰਲੋਕ ਦੇ ਵਿੱਚ ਸੁਖੀ ਬਣਾਉਂਦੇ ਆ। ਸੋ ਇਸੇ ਹੀ ਸੰਦਰਭ ਦੇ ਵਿੱਚ ਅੱਜ 10 ਮਹਾਂਪੁਰਖਾਂ ਦੇ ਨਿਰਮੋਲਕ ਬਚਨਾਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਸਮੇਂ ਦੇ ਵਿੱਚ ਮਹਾਂਪੁਰਖਾਂ ਵੱਲੋਂ ਜੋ ਆਪਣੇ ਤਜਰਬੇ ਸਾਂਝੇ ਕੀਤੇ ਗਏ ਆ, ਇਹਨਾਂ ਨਿਰਮੋਲਕ ਬਚਨਾਂ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਪਹਿਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜੋ ਕੇਵਲ ਕਥਨੀਆਂ ਦੇ ਸਰੋਤਾ ਮਾਤਰ ਵਾ, ਜਿਹੜੇ ਪ੍ਰਾਣੀ ਕੇਵਲ ਕਥਨੀਆਂ ਦੇ ਸਰੋਤਾ ਮਾਤਰ ਵਾ, ਉਹ ਇਹਨਾਂ ਕਥਨੀਆਂ ਨੂੰ ਆਪਣੇ ਅਮਲ ਦੇ ਵਿੱਚ ਨਹੀਂ ਲਿਆਉਂਦੇ। ਕਿਉਂਕਿ ਉਹ ਕਥਨੀਆਂ ਨੂੰ ਕੇਵਲ ਆਪਣੇ ਕੰਨ ਰਸ ਲਈ ਹੀ ਵਰਤਦੇ ਆ। ਸੋ ਇਸ ਕਰਕੇ ਇਹ ਜਿਹੜੀਆਂ ਨਿਰਮੋਲਕ ਕਥਨੀਆਂ ਹੈ, ਇਹ ਇੱਕ ਕੰਨ ਵਿੱਚੋਂ ਹੋ ਕੇ ਦੂਸਰੇ ਕੰਨ ਰਾਹੀਂ ਇਹ ਬਾਹਰ ਨਿਕਲ ਜਾਂਦੀਆਂ, ਪਰ ਉਹ ਬਿਰਲੇ ਹੀ ਮਨੁੱਖ ਹੁੰਦੇ ਆ ਜਿਹੜੇ ਇਹਨਾਂ ਕਹਿਣੀਆਂ ਅਤੇ ਕਥਨੀਆਂ ਦੇ ਉੱਤੇ ਪਹਿਰਾ ਦਿੰਦੇ ਆ ਅਤੇ ਇਹਨਾਂ ਕਹਿਣੀਆਂ ਅਤੇ ਕਥਨੀਆਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਇਹਨਾਂ ਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੁਖੀ ਬਣਾਉਂਦੇ ਆ। ਸੋ ਦੂਸਰਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਨਾਮ ਜਪਦਿਆਂ ਕਦੇ ਵੀ ਅਰਦਾਸ ਦਾ ਪੱਲਾ ਨਾ ਛੱਡੋ। ਕਿਉਂਕਿ ਨਾਮ ਜਪਣ ਦੇ ਨਾਲ ਵੀ ਹਉਂ ਵੱਧਦੀ ਆ, ਲੇਕਿਨ ਇਹ ਜਿਹੜੀ ਹਉਂ ਹੈ ਬੜੀ ਸੂਖਮ ਹੁੰਦੀ ਆ। ਇਸ ਕਰਕੇ ਭਾਈ ਅਰਦਾਸ ਜਿਹੜੀ ਆ ਇਸ ਹਉਮੈ ਦੀ ਮੈਲ ਨੂੰ ਰੋਜ਼ ਉਤਾਰਦੀ ਆ ਅਤੇ ਇਨਸਾਨ ਦਾ ਜਿਹੜਾ ਮਨ ਹੈ ਉਸ ਨੂੰ ਨਿਰਮਲ ਬਣਾਉਣ ਦੇ ਵਿੱਚ ਸਹਾਇਤਾ ਕਰਦੀ ਰਹਿੰਦੀ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ, ਅਸਲ ਦੇ ਵਿੱਚ ਪਰਮੇਸ਼ਰ ਨੂੰ ਭੁੱਲ ਜਾਣਾ, ਪਰਮੇਸ਼ਰ ਦਾ ਵਿਸਰ ਜਾਣਾ, ਇਹ ਇਨਸਾਨ ਦੇ ਦੁੱਖਾਂ ਦੇ ਵਿੱਚ ਬਹੁਤ ਵੱਡਾ ਦੁੱਖ ਹੈ। ਦੁੱਖਾਂ ਸਿਰ ਦੁੱਖ ਹੈ ਪਰਮਾਤਮਾ ਨੂੰ ਭੁੱਲ ਜਾਣਾ। ਕਿਉਂਕਿ ਹੋਰ ਜਿੰਨੇ ਦੁਨਿਆਵੀ ਦੁੱਖ ਆ ਇਹ ਤਾਂ ਸਰੀਰ ਮੁੱਕਣ ਦੇ ਨਾਲ ਮਿਟ ਜਾਣਗੇ, ਪਰ ਵਾਹਿਗੁਰੂ ਨੂੰ ਵਿਸਰਨ ਦਾ ਦੁੱਖ ਇਹ ਅੱਗੇ ਜੀਵ ਆਤਮਾ ਦੇ ਨਾਲ ਦਰਗਾਹ ਦੇ ਵਿੱਚ ਵੀ ਜਾਵੇਗਾ ਅਤੇ ਫਿਰ ਭਾਈ ਜਿਹੜਾ ਇਹ ਪ੍ਰਾਣੀ ਹੈ ਇਹ ਕਦੀ ਵੀ ਕਾਲ ਚੱਕਰ ਤੋਂ ਨਿਕਲ ਨਹੀਂ ਸਕਦਾ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜੀ ਸਰੀਰਕ ਸੋਚ ਵਾ, ਪਾਠ ਵਾ, ਚੱਜ ਵਾ, ਆਚਾਰ ਵਾ, ਅਸਲ ਦੇ ਵਿੱਚ ਇਹ ਸਾਰੇ ਹਨ ਨਾਮ ਦੇ ਹੀ ਰੂਪ ਵਾ। ਪਰ ਜਦੋਂ ਗੁਰਮੁਖ ਪਿਆਰਾ ਨਾਮ ਜਪਦਾ, ਨਾਮ ਸਿਮਰਦਾ, ਫਿਰ ਉਸ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਅਸਲੀ ਰੂਪ ਆ ਉਹ ਉਹਦੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਸਤ ਚਿਤ ਆਨੰਦ ਦੀ ਜਿਹੜੀ ਸੁੰਦਰਤਾ ਹੈਗਾ, ਸਤ ਚਿਤ ਆਨੰਦ ਦੀ ਸੁੰਦਰਤਾ ਦਾ ਅਨੁਭਵ ਨਾਮੀ ਦੇ ਅੰਦਰ ਹੁੰਦਾ ਹੈ। ਜਦੋਂ ਉਸ ਨਾਮੀ ਦੀ ਬਿਰਤੀ ਬਾਹਰ ਮੁਖੀ ਹੋ ਜਾਂਦੀ ਆ ਅਤੇ ਇਹ ਸਤ ਚਿਤ ਆਨੰਦ ਦੀ ਜਿਹੜੀ ਸੁੰਦਰਤਾ ਦਾ ਰੂਪ ਆ ਉਹਦੇ ਵਿੱਚੋਂ ਘਟਣ ਲੱਗਦਾ ਹੈਗਾ, ਅਤੇ ਜਦੋਂ ਸੁੰਦਰਤਾ ਦਾ ਅਨੁਭਵ ਦਾ ਰੂਪ ਅੰਦਰ ਘਟਣ ਲੱਗਦਾ, ਫਿਰ ਅਭਿਆਸੀ ਦੇ ਮਨ ਦੇ ਹਿਰਦੇ ਦੇ ਵਿੱਚ ਇੱਕ ਪੀੜਾ ਪੈਦਾ ਹੁੰਦੀ ਆ। ਫਿਰ ਇਹ ਜਿਹੜੀ ਪੀੜਾ ਹੈਗੀ ਇਹ ਹੀ ਫਿਰ ਪਹਿਰੇਦਾਰ ਬਣ ਜਾਂਦੀ ਆ ਅਤੇ ਜਿਹੜਾ ਨਾਮ ਅਭਿਆਸੀ ਆ ਉਹਨੂੰ ਮਾੜੇ ਕਰਮਾਂ ਤੋਂ ਅਤੇ ਬਾਹਰ ਮੁਖੀ ਹੋਣ ਤੋਂ ਰੋਕਦੀ ਹੈ। ਇਸ ਕਰਕੇ ਭਾਈ ਇਹ ਜਿਹੜੀ ਪੀੜਾ ਹੈਗੀ ਆ ਇਹ ਅਸਲ ਦੇ ਵਿੱਚ ਇਸ ਨਾਮ ਅਭਿਆਸੀ ਦਾ ਸੱਚਾ ਦੋਸਤ ਬਣ ਜਾਂਦੀ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜਾ ਪਰਮੇਸ਼ਰ ਦਾ ਨਾਮ ਹਨ ਕੇਵਲ ਉਹ ਹੀ 9 ਨਿਧਾਂ ਹਨ। ਜਦੋਂ ਨਾਮ ਰੂਪੀ 9 ਨਿਧਾਂ ਅਭਿਆਸੀ ਨੂੰ ਪ੍ਰਾਪਤ ਹੋ ਜਾਂਦੀਆਂ, ਫਿਰ ਉਹਦਾ ਜਿਹੜੀ ਅਵਸਥਾ ਹੈਗੀ ਆ ਉਹ ਹਰਖ ਅਤੇ ਸੋਗ ਤੋਂ ਉੱਪਰ ਹੋ ਜਾਂਦੀ ਆ ਅਤੇ ਫਿਰ ਉਸ ਦੇ ਹਿਰਦੇ ਦੇ ਅੰਦਰ ਸਦਾ ਵਿਗਾਸ ਖੇੜਾ ਬਣਿਆ ਰਹਿੰਦਾ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਆ ਜਿਹੜਾ ਮੋਹ ਦਾ ਚਿੱਕੜ ਵਾ
ਇਹਦੇ ਵਿੱਚ ਸਾਰਾ ਹੀ ਸੰਸਾਰ ਫਸਿਆ ਹੋਇਆ ਹੈ, ਪਰ ਕੋਈ ਬਿਰਲਾ ਹੀ ਗੁਰਮੁਖ ਵਾ ਜਿਹੜਾ ਇਸ ਮੋਹ ਰੂਪੀ ਚਿੱਕੜ ਦੇ ਵਿੱਚੋਂ ਬਾਹਰ ਨਿਕਲਦਾ ਹੈ ਤੇ ਸੱਚੀ ਪ੍ਰੀਤ ਪਰਮੇਸ਼ਰ ਦੇ ਨਾਲ ਜੋੜਨ ਦਾ ਭਾਗੀਦਾਰ ਬਣਦਾ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਜੋ ਨਾਮ ਬਾਣੀ, ਬੇਨਤੀ, ਸ਼ੁਕਰ ਤੇ ਅਮਲੀ ਜੀਵਨ ਗੁਰਮੁਖ ਅਭਿਆਸੀ ਬਸਰ ਕਰਦਾ ਹੈ, ਅਸਲ ਦੇ ਵਿੱਚ ਉਹ ਹੀ ਸਾਈਂ ਦੇ ਦਰ ਦੇ ਉੱਤੇ ਪ੍ਰਵਾਨ ਮੰਨਿਆ ਜਾਂਦਾ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਜੇਕਰ ਬਿਰਤੀ ਵਿੱਚ ਪਰਮੇਸ਼ਰ ਦਾ ਭੈ ਹੈ, ਡਰ ਹੈ, ਫਿਰ ਤਾਂ ਬਿਰਤੀ ਜਿਹੜੀ ਨਿਰੰਤਰ ਅੱਗੇ ਤੋਂ ਅੱਗੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚੁੱਭੀ ਜਾਂਦੀ ਆ। ਲੇਕਿਨ ਅਗਰ ਬਿਰਤੀ ਦੇ ਵਿੱਚੋਂ ਪਰਮੇਸ਼ਰ ਦਾ ਭੈ, ਡਰ ਨਿਕਲ ਜਾਵੇ ਤਾਂ ਫਿਰ ਜਿਹੜੀ ਅਭਿਆਸੀ ਦੀ ਪ੍ਰਾਪਤ ਕੀਤੀ ਅਵਸਥਾ ਹੈਗੀ ਆ, ਇਹ ਅਵਸਥਾ ਵੀ ਜਿਹੜੀ ਹੈ ਨਾ ਉਸ ਅਭਿਆਸੀ ਦੇ ਅੰਦਰੋਂ ਖਤਮ ਹੋ ਜਾਂਦੀ ਆ। ਜਿਉਂ ਕਹਿ ਲਓ ਕਿ ਅਭਿਆਸੀ ਜਿਹੜਾ ਹੈ ਨਾ ਆਪਣੀ ਇਸ ਅਵਸਥਾ ਤੋਂ ਥੱਲੇ ਡਿੱਗ ਪੈਂਦਾ ਹੈ। ਇਸ ਕਰਕੇ ਬਿਰਤੀ ਦੇ ਵਿੱਚ ਹਮੇਸ਼ਾ ਭੈ ਤੇ ਪਰਮੇਸ਼ਰ ਦਾ ਭਾਵ ਇਹ ਹਿਰਦੇ ਦੇ ਅੰਦਰ ਟਿਕਾ ਕੇ ਰੱਖਣਾ ਚਾਹੀਦਾ ਹੈ। ਫਿਰ ਹੀ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਤੇ ਪ੍ਰਸੰਨ ਹੋ ਕੇ ਆਪਣੀ ਕਿਰਪਾ ਕਰਦਾ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਆਪਣੀ ਵਡਿਆਈ ਤੋਂ ਕੂਹਾਂ ਦੂਰ ਰਹੋ। ਕਿਉਂਕਿ ਹਮੇਸ਼ਾ ਪਰਮੇਸ਼ਰ ਦੀ ਵਡਿਆਈ ਨੂੰ ਹੀ ਆਪਣੀ ਦ੍ਰਿਸ਼ਟੀ ਦੇ ਅੰਦਰ ਰੱਖੋ। ਜਦੋਂ ਅਸੀਂ ਕੇਵਲ ਵਾਹਿਗੁਰੂ ਦੀ ਵਡਿਆਈ ਨੂੰ ਆਪਣੀ ਦ੍ਰਿਸ਼ਟੀ ਦੇ ਅੰਦਰ ਰੱਖਾਂਗੇ, ਫਿਰ ਹੀ ਅਸੀਂ ਸਾਰੇ ਘਟਾਂ ਦੇ ਵਿੱਚ ਉਸੇ ਹੀ ਪਰਮਾਤਮਾ ਦਾ ਦੀਦਾਰ ਕਰਾਂਗੇ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਅਭਿਆਸੀ ਨੂੰ ਗੁਰਮੁਖ ਗਾੜੀ ਰਾਹ 'ਤੇ ਚੱਲਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਜਿਹੜੇ ਅਵਗੁਣ, ਕਮਜ਼ੋਰੀਆਂ, ਉਹਨਾਂ ਦਾ ਗਿਆਤਾ ਬਣਨਾ ਚਾਹੀਦਾ ਹੈ। ਜਦੋਂ ਅਭਿਆਸੀ ਨੂੰ ਆਪਣੀਆਂ ਅਵਗੁਣ, ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ ਹੈ, ਫਿਰ ਉਹ ਇਹਨਾਂ ਆਪਣੀਆਂ ਅਵਗੁਣ, ਕਮਜ਼ੋਰੀਆਂ ਨੂੰ ਦੂਰ ਕਰਨ ਦੇ ਉਪਾਅ ਲੱਭਦਾ ਹੈ। ਜਦੋਂ ਉਸ ਨੂੰ ਇਹ ਉਪਾਅ ਮਿਲ ਜਾਂਦੇ ਆ, ਫਿਰ ਉਹਦੀ ਜਿਹੜੀ ਤੀਬਰ ਇੱਛਾ ਹੈਗੀ ਹੈ ਨਾ ਇਸ ਪਾਸੇ ਹੋ ਜਾਂਦੀ ਆ ਕਿ ਉਹ ਹਰੀ ਨਾਮ ਨੂੰ ਜਪੇ, ਕਥਾ ਕੀਰਤਨ ਸੁਣੇ, ਸੇਵਾ ਕਰੇ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਉਹ ਅੰਦਰੋਂ ਤੇ ਬਾਹਰੋਂ ਦੋਨੇ ਪਾਸਿਆਂ ਤੋਂ ਸਾਵਧਾਨ ਹੋ ਜਾਂਦਾ ਹੈ। ਜਦੋਂ ਉਹ ਸਾਵਧਾਨ ਹੁੰਦਾ ਹੈ, ਫਿਰ ਜਿੰਨੇ ਵੀ ਆਸ, ਅੰਦੇਸੇ, ਤ੍ਰਿਸ਼ਨਾ, ਵਾਸ਼ਨਾ, ਫਿਰ ਹੀ ਇਹਦੇ ਉੱਤੇ ਫਤਿਹ ਪ੍ਰਾਪਤ ਹੁੰਦੀ ਹੈ। ਔਰ ਅੰਤ ਦੇ ਵਿੱਚ ਅਭਿਆਸੀ ਜਿਹੜਾ ਹੈ ਆਪਣੀ ਜਿਹੜੀ ਹਉਮੈ ਹੈਗੀ ਆ, ਇਸ ਹਉਮੈ ਨੂੰ ਸਮਝਦਾ ਹੈ ਤੇ ਇਸ ਹਉਮੈ ਨੂੰ ਸ਼ੁੱਧ ਕਰਦਾ ਹੈ। ਜਦੋਂ ਉਹਦੀ ਹਉਮੈ ਪੂਰਨ ਤੌਰ 'ਤੇ ਸ਼ੁੱਧ ਹੋ ਜਾਂਦੀ ਆ, ਅਸਲ ਦੇ ਵਿੱਚ ਇਹ ਇਸ ਦੀ ਮੰਜ਼ਿਲ ਦਾ ਦਰਵਾਜ਼ਾ ਹੈ, ਇਹ ਹੀ ਬਖਸ਼ਿਸ਼ ਦਾ ਦਰਵਾਜ਼ਾ ਦਰ ਹੈ। ਤੇ ਜਦੋਂ ਹਉਮੈ ਜਿਹੜੀ ਅੰਤ ਵਿੱਚ ਹੁੰਦੀ ਆ, ਇਹ ਅੰਤ ਵਿੱਚ ਹੋਈ ਹਉਮੈ ਵਾਹਿਗੁਰੂ ਦੀ ਜਿਹੜੀ ਅਨੰਤਤਾ ਹੈਗੀ ਆ, ਉਹ ਅਨੰਤ ਦੀ ਜਿਹੜੀ ਪ੍ਰਕਿਰਿਆ ਹੈਗੀ ਆ, ਇਸ ਦੀ ਅੰਤ ਦੀ ਹਉਮੈ ਨੂੰ ਆਪਣੇ ਵੱਲ ਖਿੱਚ ਲੈਂਦੀ ਆ। ਤਾਂ ਫਿਰ ਪਰਮੇਸ਼ਰ ਜਗਿਆਸੂ ਨੂੰ ਨਜ਼ਰੀ ਨਿਹਾਲ ਕਰ ਦਿੰਦਾ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਉਹ ਇੱਜ਼ਤ ਜੋ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੀ ਆ, ਉਹ ਕੇਵਲ ਨਾਮ ਜਪਣ ਤੋਂ ਹੀ ਉਪਜਦੀ ਹੈਗੀ ਆ। ਇਸ ਕਰਕੇ ਭਾਈ ਨਾਮ ਜਪਣਾ ਸਭ ਤੋਂ ਉੱਤਮ ਕਰਮ ਆ, ਕਿਉਂਕਿ ਨਾਮ ਜਪਣ ਦੇ ਨਾਲ ਜੋ ਵਿਵੇਕ ਬੁੱਧ ਪ੍ਰਾਪਤ ਹੁੰਦੀ ਆ, ਉਸ ਦੇ ਨਾਲ ਜਿਹੜੇ ਕੀਤੇ ਕਰਮ ਆ ਉਹ ਸ਼ੁਭ ਮੰਨੇ ਜਾਂਦੇ ਆ। ਤੇ ਇਹੀ ਸ਼ੁਭ ਕਰਮ ਜਿਹੜੇ ਆ ਇਹ ਬਖਸ਼ਿਸ਼ ਦੀ ਮੋਹਰ ਦੇ ਨਾਲ ਫਿਰ ਨਿਰਮਲ ਕਰਮ ਬਣਦੇ ਆ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਦੁਨਿਆਵੀ ਇੱਜ਼ਤ ਚਾਹੇ ਕੋਈ ਆਪਣੀ ਜ਼ਿੰਦਗੀ ਵਿੱਚ ਜਿੰਨੀ ਮਰਜ਼ੀ ਕਮਾ ਲਵੇ, ਅਸਲ ਦੇ ਵਿੱਚ ਇਹ ਦਰਗਾਹ ਦੇ ਵਿੱਚ ਕੰਮ ਨਹੀਂ ਆਉਂਦੀ। ਕਿਉਂਕਿ ਉੱਥੇ ਤਾਂ ਕੇਵਲ ਬੰਦਗੀ ਦੇ ਨਾਲ ਕੀਤੇ ਹੋਏ ਜਿਹੜੇ ਸ਼ੁਭ ਅਮਲ ਹੈ ਉਹ ਹੀ ਦਰਗਾਹ ਦੇ ਵਿੱਚ ਕੰਮ ਆਉਂਦੇ ਆ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਨਾਮ ਜਪਣ ਤੋਂ ਬਿਨਾਂ ਜਿਹੜਾ ਵਿਅਕਤੀ ਆ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਲਾੜੇ ਤੋਂ ਬਿਨਾਂ ਬਰਾਤ ਹੁੰਦੀ ਆ। ਇਸ ਕਰਕੇ ਭਾਈ ਨਾਮ ਜਪਣ ਦੇ ਨਾਲ ਇਸ ਜੀਵ ਦੀ ਆਵਾਗਮਨ ਤੋਂ ਕਦੀ ਵੀ ਜਿਹੜੀ ਆ ਬੰਦ ਖਲਾਸੀ ਨਹੀਂ ਹੋ ਸਕਦੀ, ਜੀਵ ਨੂੰ ਕਦੇ ਮੁਕਤੀ ਨਹੀਂ ਮਿਲ ਸਕਦੀ ਹੈ, ਚਾਹੇ ਉਹ ਆਪਣੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਕਰਮ ਧਰਮ ਕਰ ਲਵੇ। ਇਸ ਕਰਕੇ ਨਾਮ ਜਪਣਾ ਹੀ ਮੂਲ ਆਧਾਰ ਵਾ, ਕਿਉਂ ਇਸ ਤੋਂ ਬਗੈਰ ਜੀਵ ਨੂੰ ਕਿਤੇ ਵੀ ਢੋਈ ਪ੍ਰਾਪਤ ਨਹੀਂ ਹੁੰਦੀ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈ ਕਿ ਹਉਮੈ ਦੇ ਨਾਲ ਕੀਤਾ ਹੋਇਆ ਦਾਨ ਅਸਲ ਦੇ ਵਿੱਚ ਇਹ ਲੋਹੇ ਦੀ ਜੰਜੀਰ ਦੀ ਕੜੀ ਬਣ ਜਾਂਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਹਉਮੈ ਦੇ ਨਾਲ ਜਪਿਆ ਹੋਇਆ ਨਾਮ ਹੈ ਇਹ ਵੀ ਸੋਨੇ ਦੀ ਜੰਜੀਰ ਦੀ ਕੜੀ ਬਣ ਜਾਂਦਾ ਹੈ। ਇਸ ਕਰਕੇ ਇਹ ਜਿਹੜੀ ਕੜੀ ਆ ਚਾਹੇ ਲੋਹੇ ਦੀ ਹੋਵੇ ਚਾਹੇ ਸੋਨੇ ਦੀ ਹੋਵੇ, ਅਸਲ ਦੇ ਵਿੱਚ ਇਹ ਦੋਨੋਂ ਹੀ ਬੰਧਨ ਰੂਪ ਹੁੰਦੀਆਂ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਸਾਧਨ ਕਰਨ ਦੇ ਨਾਲ ਹੀ ਸਿੱਧੀ ਦੀ ਪ੍ਰਾਪਤੀ ਹੁੰਦੀ ਆ। ਸਾਧਨ ਕਰਨ ਦੇ ਨਾਲ ਹੀ ਹਮੇਸ਼ਾ ਸਿੱਧੀ ਦੀ ਪ੍ਰਾਪਤੀ ਹੁੰਦੀ ਆ, ਪਰ ਸਵਾਰਥ ਲਈ ਵਰਤੀ ਜਿਹੜੀ ਸਿੱਧੀ ਹੈਗੀ ਆ
ਇਹ ਅਭਿਆਸੀ ਦਾ ਜਪ ਤਪ ਨਸ਼ਟ ਕਰ ਦਿੰਦੀ ਆ ਤੇ ਪਰਮੇਸ਼ਰ ਦੇ ਨਾਲੋਂ ਉਸ ਅਭਿਆਸੀ ਦੀ ਦੂਰੀ ਬਣਾ ਦਿੰਦੀ ਆ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਭੋਜਨ ਦਾ ਕਣ, ਮਨ ਬਾਣੀ ਕਿਰਿਆ ਤੇ ਸਮਾਂ ਛਣ, ਇਹ ਕਹਿੰਦੇ ਕਦੀ ਵਿਅਰਥ ਨਹੀਂ ਜਾਣਾ ਚਾਹੀਦਾ ਹੈ। ਇਸ ਦਾ ਹਮੇਸ਼ਾ ਸਦ ਉਪਯੋਗ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਮਨ ਜਿਹੜਾ ਹਮੇਸ਼ਾ ਖਿੜਿਆ ਰਹਿੰਦਾ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਜਿਹੜੀ ਮਨ ਦੀ ਚੰਚਲਤਾ ਹੈ, ਮਨ ਦੀ ਚੰਚਲਤਾ ਦਾ ਇਲਾਜ ਕੇਵਲ ਤੇ ਕੇਵਲ ਅਭਿਆਸ ਤੇ ਵਿਰਾਗ ਹੈ, ਕਿਉਂਕਿ ਅਭਿਆਸ ਤੇ ਵਿਰਾਗ ਦੁਆਰਾ ਹੀ ਮਨ ਦੀ ਚੰਚਲਤਾ ਦੂਰ ਹੋ ਸਕਦੀ ਆ। ਇਸ ਕਰਕੇ ਹਮੇਸ਼ਾ ਨਿਰੰਤਰ ਜਾਪ ਕਰਦਿਆਂ ਵਿਰਾਗ ਦੇ ਅੰਦਰ ਕਮੀ ਮਹਿਸੂਸ ਕਰਦੇ ਰਹਿਣਾ ਚਾਹੀਦਾ ਹੈ। ਸੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਕਿ ਲੋਭੀ ਆਦਮੀ ਦਾ ਕੋਈ ਧਰਮ ਨਹੀਂ ਹੁੰਦਾ। ਕਿਉਂ? ਲੋਭ ਜਦੋਂ ਲੋਭੀ ਆਦਮੀ ਨੂੰ ਸਿੱਧੇ ਰਸਤੇ ਦੇ ਵਿੱਚ ਨਾ ਪੁੱਗੇ ਤਾਂ ਫਿਰ ਇਹ ਜਿਹੜਾ ਲੋਭੀ ਵਿਅਕਤੀ ਹੈ ਛਲ ਕਰਦਾ ਹੈਗਾ ਤੇ ਛਲ ਕਰਨ ਦੇ ਨਾਲ ਕਪਟੀ ਹੋ ਜਾਂਦਾ ਹੈ। ਤੇ ਜੇਕਰ ਕਪਟ ਦੇ ਨਾਲ ਵੀ ਉਹਦਾ ਲੋਭ ਪੂਰਾ ਨਹੀਂ ਹੁੰਦਾ ਤਾਂ ਫਿਰ ਉਹ ਚੋਰੀ ਕਰਦਾ ਹੈ, ਡਾਕਾ ਮਾਰਦਾ, ਠੱਗੀ ਕਰ ਬੈਠਦਾ ਹੈ। ਤੇ ਜੇਕਰ ਉਹ ਚੋਰੀ ਡਾਕਾ ਠੱਗੀ ਨਾ ਕਰੇ ਤਾਂ ਫਿਰ ਇਹ ਜਿਹੜਾ ਲੋਭੀ ਆਦਮੀ ਹੈ ਇਹ ਧਰਮ ਦੀ ਚਾਦਰ ਆਪਣੇ ਉੱਤੇ ਪਾ ਲੈਂਦਾ ਹੈ ਤੇ ਇਸ ਕਰਕੇ ਇਹ ਬਣਾਵਟਾਂ ਕਰਕੇ ਧਨ ਜੋੜਦਾ ਹੈ ਤੇ ਇਹ ਜਿਹੜਾ ਲੋਭੀ ਆਦਮੀ ਆ ਇਹ ਪਖੰਡੀ ਹੋ ਜਾਂਦਾ ਹੈ। ਸੋ ਇਹ ਆ ਮਹਾਂਪੁਰਖਾਂ ਦੇ ਸਮੇਂ ਦੇ ਵਿੱਚ ਜੋ ਆਪਣੇ ਜੀਵਨ ਤਜਰਬੇ ਦੇ ਆਧਾਰ ਦੇ ਉੱਤੇ ਜੋ ਅੰਦਰੋਂ ਬਚਨ ਨਿਕਲੇ ਆ, ਇਹ ਉਹਨਾਂ ਦੇ ਤੱਤ ਗਿਆਨ ਹੈ। ਸੋ ਇਹ ਹੰਸਾਂ ਦੇ ਸੁੱਚੇ ਮੋਤੀ ਦੀ ਖੁਰਾਕ ਆ, ਲੇਕਿਨ ਇਹਨਾਂ ਸੁੱਚੇ ਮੋਤੀ ਦੀ ਖੁਰਾਕਾਂ ਨੂੰ ਕੇਵਲ ਤੇ ਕੇਵਲ ਪਰਮਹੰਸ ਗੁਰਮੁਖ ਅਭਿਆਸੀ ਹੀ ਚੁਗਦੇ ਆ ਤੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਆ। ਸੋ ਦਾਸ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।